ਮੇਰੀ ਮਿਠਾਈ ਦੀ ਦੁਕਾਨ ਸੀ। ਵਿਆਹ ਹੋਇਆ ਤਾਂ ਪਤਨੀ ਅਗਲੇ ਦਿਨ ਕਹਿਣ ਲੱਗੀ ਕਿ ਘਰ ਆਉਣ ਤੋਂ ਪਹਿਲਾਂ ਰੋਜ਼ ਸ਼ਿਵ ਜੀ ਦੇ ਮੰਦਿਰ ਵਿੱਚ ਮਿਠਾਈ ਦੇ ਕੇ ਆਇਆ ਕਰ। ਨਵੀਂ ਨਵੇਲੀ ਦੁਲਹਨ ਦੀ ਗੱਲ ਮੇਰੇ ਲਈ ਬਹੁਤ ਖਾਸ ਸੀ, ਇਸ ਲਈ ਰੋਜ਼ ਹੀ ਮੈਂ ਮਿਠਾਈ ਮੰਦਿਰ ਲੈ ਕੇ ਚਲਿਆ ਜਾਂਦਾ। ਪਰ ਇੱਕ ਦਿਨ ਮੈਨੂੰ ਅਜਿਹਾ ਕੁਝ ਪਤਾ ਚੱਲਿਆ ਕਿ ਮੈਂ ਹੈਰਾਨ ਹੋ ਗਿਆ ਤੇ ਜਲਦੀ ਨਾਲ ਭੱਜਦਾ ਹੋਇਆ ਘਰ ਆਇਆ। ਪਰ ਅੰਦਰ ਜੋ ਮੰਜ਼ਰ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ, ਮੇਰੇ ਤਾਂ ਹੋਸ਼ ਉੱਡ ਗਏ। ਮੇਰੀ ਪਤਨੀ ਤਾਂ ਮੈਂ ਆਪਣੇ ਵਿਆਹ ਵਾਲੇ ਦਿਨ ਆਪਣੇ ਕਮਰੇ ਵਿੱਚ ਗਿਆ ਤਾਂ ਮੇਰੀ ਪਤਨੀ ਨੇਹਾ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਉਸਨੂੰ ਮੂੰਹ ਦਿਖਾਈ ਦੀ ਅੰਗੂਠੀ ਪਹਿਨਾਉਣ ਲਈ ਉਸਦਾ ਹੱਥ ਫੜਿਆ ਤਾਂ ਲੱਗਿਆ ਕਿ ਉਹ ਬਹੁਤ ਘਬਰਾਈ ਹੋਈ ਸੀ। ਵਿਆਹ ਦੀ ਪਹਿਲੀ ਰਾਤ ਹੀ ਮੇਰੀ ਪਤਨੀ ਨੇ ਅਜੀਬ ਫਰਮਾਇਸ਼ ਕਰ ਦਿੱਤੀ। ਮੈਂ ਉਸਦਾ ਮੂੰਹ ਦੇਖਦਾ ਹੀ ਰਹਿ ਗਿਆ। ਮੈਂ ਉਸਦੀ ਅਜਿਹੀ ਫਰਮਾਇਸ਼ ਸੁਣ ਕੇ ਪਰੇਸ਼ਾਨ ਹੋ ਗਿਆ। ਮੇਰੀ ਮਿਠਾਈ ਦੀ ਦੁਕਾਨ ਸੀ, ਵਧੀਆ ਚੱਲ ਰਹੀ ਸੀ। ਹਮੇਸ਼ਾ ਗਾਹਕਾਂ ਦੀ ਭੀੜ ਲੱਗੀ ਰਹਿੰਦੀ। ਮੈਂ ਘਰ ਵਿੱਚ ਇਕੱਲਾ ਕਮਾਉਣ ਵਾਲਾ ਸੀ। ਮੇਰੇ ਘਰ ਵਿੱਚ ਮੇਰੀ ਮਾਂ ਅਤੇ ਛੋਟਾ ਭਰਾ ਸਨ। ਮੇਰਾ ਭਰਾ ਕਾਲਜ ਤੋਂ ਆ ਕੇ ਦੁਕਾਨ 'ਤੇ ਆ ਜਾਂਦਾ ਸੀ। ਪਾਪਾ ਤੋਂ ਬਾਅਦ ਦੁਕਾਨ ਮੈਂ ਹੀ ਸੰਭਾਲੀ ਸੀ, ਇਸ ਲਈ ਮੈਂ ਜ਼ਿਆਦਾ ਪੜ੍ਹ ਨਹੀਂ ਪਾਇਆ। ਨੇਹਾ ਨੂੰ ਮੇਰੇ ਲਈ ਮਾਂ ਨੇ ਪਸੰਦ ਕੀਤਾ ਸੀ, ਪਰ ਵਿਆਹ ਦੀ ਪਹਿਲੀ ਰਾਤ ਨੇਹਾ ਦੀ ਫਰਮਾਇਸ਼ ਨੇ ਮੇਰੇ ਹੋਸ਼ ਉਡਾ ਦਿੱਤੇ। ਨੇਹਾ ਕਹਿਣ ਲੱਗੀ ਕਿ 6 ਮਹੀਨੇ ਤੱਕ ਰੋਜ਼ ਹੀ ਮਿਠਾਈ ਇੱਕ ਮੰਦਿਰ ਵਿੱਚ ਦੇ ਕੇ ਆਉਣੀ ਹੈ। ਮੈਂ ਆਪਣੇ ਵਿਆਹ ਨੂੰ ਸੁਖੀ ਬਣਾਉਣ ਲਈ ਮੰਦਿਰ ਵਿੱਚ ਮੰਨਤ ਮੰਗੀ ਸੀ। ਮੰਦਿਰ ਵਿੱਚ ਪੰਡਿਤ ਜੀ ਤੋਂ ਇੱਕ ਪੂਜਾ ਰਖਵਾਈ ਹੈ। ਜਿਸ ਦਿਨ ਪੂਜਾ ਪੂਰੀ ਹੋ ਜਾਵੇਗੀ, ਉਸ ਦਿਨ ਹੀ ਆਪਾਂ ਪਤੀ ਪਤਨੀ ਦਾ ਰਿਸ਼ਤਾ ਬਣਾਵਾਂਗੇ। ਮੈਂ ਉਸ ਦੀ ਗੱਲ ਹੈਰਾਨੀ ਨਾਲ ਸੁਣ ਰਿਹਾ ਸੀ ਕਿ ਇਹ ਕੀ ਚੱਕਰ ਹੈ। ਵਿਆਹ ਦੀ ਪਹਿਲੀ ਰਾਤ ਹੀ ਮੇਰੀ ਪਤਨੀ ਇਹ ਸਭ ਕਹਿ ਰਹੀ ਹੈ। ਮੈਂ ਉਸ ਨੂੰ ਕੁਝ ਨਹੀਂ ਕਿਹਾ, ਚੁੱਪਚਾਪ ਜਾ ਕੇ ਸੋਫੇ 'ਤੇ ਸੌਂ ਗਿਆ। ਮੇਰੇ ਸਾਰੇ ਅਰਮਾਨਾਂ 'ਤੇ ਪਾਣੀ ਫਿਰ ਚੁੱਕਿਆ ਸੀ। ਵਿਆਹ ਨੂੰ 15 ਦਿਨ ਹੋ ਗਏ ਸਨ। ਮੈਂ ਬੁਝੇ ਮਨ ਨਾਲ ਸਵੇਰੇ ਉੱਠਦਾ, ਦੁਕਾਨ 'ਤੇ ਵੀ ਮੇਰਾ ਮਨ ਨੇਹਾ ਦੀ ਮੰਨਤ ਬਾਰੇ ਹੀ ਸੋਚਦਾ ਰਹਿੰਦਾ। ਸ਼ਾਮ ਨੂੰ ਮੈਂ ਆਪਣੇ ਭਰਾ ਨੂੰ ਘਰ ਭੇਜ ਦਿੰਦਾ ਅਤੇ ਆਪ ਮੰਦਿਰ ਵੱਲ ਚਲਿਆ ਜਾਂਦਾ। ਉਹ ਮੰਦਿਰ ਮੇਰੇ ਘਰ ਤੋਂ ਬਹੁਤ ਦੂਰ ਸੀ, 1.5 ਘੰਟੇ ਦਾ ਰਸਤਾ ਸੀ। ਮੇਰਾ ਸਸੁਰਾਲ ਵੀ ਉੱਧਰ ਹੀ ਸੀ। ਮੈਂ ਮੰਦਿਰ ਵਿੱਚ ਮਿਠਾਈ ਦਿੱਤੀ ਤੇ ਘਰ ਵੱਲ ਚੱਲ ਪਿਆ। ਇਹ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਿਹਾ। ਮੈਨੂੰ ਘਰ ਪਹੁੰਚਦੇ ਪਹੁੰਚਦੇ ਹਨੇਰਾ ਹੋ ਜਾਂਦਾ। ਮੇਰੇ 3 ਘੰਟੇ ਬਰਬਾਦ ਹੋ ਜਾਂਦੇ। ਮੇਰੀ ਮਾਂ ਬਿਮਾਰ ਰਹਿੰਦੀ ਸੀ, ਇਸ ਲਈ ਉਹ ਜਲਦੀ ਸੌਂ ਜਾਂਦੀ ਸੀ। ਮੇਰਾ ਭਰਾ ਕਾਲਜ ਤੋਂ ਆ ਕੇ ਦੁਕਾਨ 'ਤੇ ਕੰਮ ਕਰਦਾ, ਇਸ ਲਈ ਥੱਕ ਜਾਂਦਾ, ਇਸ ਲਈ ਉਹ ਵੀ ਜਲਦੀ ਸੌਂ ਜਾਂਦਾ। ਇੱਕ ਗੱਲ ਮੈਂ ਦੇਖੀ ਸੀ, ਮੇਰਾ ਭਰਾ ਮੇਰੇ ਵਿਆਹ ਵੇਲੇ ਬਹੁਤ ਖੁਸ਼ ਸੀ, ਪਰ ਮੇਰੇ ਵਿਆਹ ਤੋਂ ਬਾਅਦ ਉਹ ਥੋੜ੍ਹਾ ਚੁੱਪ ਰਹਿਣ ਲੱਗਿਆ ਸੀ। ਮੈਂ ਉਸਨੂੰ ਕਈ ਵਾਰ ਪੁੱਛਿਆ ਵੀ, ਪਰ ਉਹ ਕਹਿ ਦਿੰਦਾ ਕਿ ਕੋਈ ਗੱਲ ਨਹੀਂ ਹੈ। ਮੈਂ ਜਦੋਂ ਘਰ ਪਹੁੰਚਦਾ ਤਾਂ ਨੇਹਾ ਸਜੀ ਧਜੀ ਹੁੰਦੀ ਸੀ, ਪਰ ਅੱਜ ਉਹ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੀ ਸੀ। ਉਸਨੂੰ ਦੇਖ ਕੇ ਮੇਰੇ ਅਰਮਾਨ ਬੇਕਾਬੂ ਹੋ ਗਏ। ਮੈਂ ਉਸਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕੀਤੀ, ਪਰ ਉਹ ਇਸ ਤਰ੍ਹਾਂ ਚਟਪਟਾਉਣ ਲੱਗੀ ਜਿਵੇਂ ਕਿ ਮੈਂ ਕੋਈ ਗੈਰ ਹੋਵਾਂ। ਉਹ ਕਹਿਣ ਲੱਗੀ, ਪਹਿਲਾਂ ਪੂਜਾ ਖਤਮ ਹੋ ਜਾਣ ਦਿਓ। ਪਰ ਮੈਂ ਕਿਹਾ, ਕੋਈ ਨਾ, ਪੂਜਾ ਵੀ ਹੁੰਦੀ ਰਹੇਗੀ। ਮੈਨੂੰ ਨਾ ਮੰਨਦਾ ਦੇਖ ਕੇ ਉਸਨੇ ਮੈਨੂੰ ਇੱਕ ਹੋਰ ਰਾਜ਼ ਦੱਸਿਆ ਕਿ ਇਹ ਪੂਜਾ ਆਪਣੇ ਖੁਸ਼ਹਾਲ ਵਿਆਹ ਲਈ ਨਹੀਂ, ਸਗੋਂ ਕਿਸੇ ਹੋਰ ਕੰਮ ਲਈ ਹੈ। ਮੇਰੇ 'ਤੇ ਪ੍ਰੇਤ ਦਾ ਸਾਇਆ ਹੈ, ਉਸਨੂੰ ਭਜਾਉਣ ਲਈ ਮੇਰੀ ਮਾਂ ਨੇ ਇਹ ਪੂਜਾ ਰੱਖੀ ਹੈ। ਜੇ 6 ਮਹੀਨੇ ਤੋਂ ਪਹਿਲਾਂ ਆਪਾਂ ਇੱਕ ਦੂਜੇ ਦੇ ਨੇੜੇ ਆਏ ਤਾਂ ਉਹ ਆਪਾਂ ਨੂੰ ਮਾਰ ਦੇਵੇਗਾ। ਮੈਨੂੰ ਅੰਦਰ ਹੀ ਅੰਦਰ ਗੁੱਸਾ ਆਇਆ ਕਿ ਨੇਹਾ ਦੇ ਘਰ ਵਾਲਿਆਂ ਨੂੰ ਇਹ ਗੱਲ ਪਹਿਲਾਂ ਦੱਸਣੀ ਚਾਹੀਦੀ ਸੀ, ਪਰ ਮੈਂ ਆਪਣੇ ਗੁੱਸੇ ਨੂੰ ਪੀ ਗਿਆ। ਨੇਹਾ ਦੀ ਇੱਕ ਗੱਲ ਚੰਗੀ ਸੀ ਕਿ ਉਸਨੇ ਘਰ ਨੂੰ ਚੰਗੀ ਤਰ੍ਹਾਂ ਸੰਭਾਲ ਕੇ ਰੱਖਿਆ ਸੀ। ਉਸਦਾ ਵਿਵਹਾਰ ਮੇਰੀ ਮਾਂ ਅਤੇ ਮੇਰੇ ਭਰਾ ਨਾਲ ਬਹੁਤ ਚੰਗਾ ਸੀ। ਅੱਜ ਜਦੋਂ ਮੈਂ ਮਿਠਾਈ ਦੇ ਕੇ ਘਰ ਪਹੁੰਚਿਆ ਤਾਂ ਮੇਰਾ ਭਰਾ ਜਾਗ ਰਿਹਾ ਸੀ। ਉਹ ਤੇ ਨੇਹਾ ਬੈਠੇ ਗੱਲਾਂ ਕਰ ਰਹੇ ਸਨ। ਮੈਨੂੰ ਦੇਖ ਕੇ ਮੇਰਾ ਭਰਾ ਆਪਣੇ ਕਮਰੇ ਵਿੱਚ ਚਲਿਆ ਗਿਆ ਤੇ ਨੇਹਾ ਮੇਰੇ ਲਈ ਖਾਣਾ ਗਰਮ ਕਰਨ ਲੱਗੀ। ਹੁਣ ਇਹ ਰੋਜ਼ ਦਾ ਮਸਲਾ ਹੋ ਗਿਆ ਸੀ, ਪਰ ਇੱਕ ਮੈਂ ਦੇਖਿਆ ਕਿ ਨੇਹਾ ਤੇ ਮੇਰਾ ਭਰਾ ਕਮਰੇ ਵਿੱਚ ਬੰਦ ਸਨ। ਉਹਨਾਂ ਦੀਆਂ ਗੱਲਾਂ ਦੀ ਆਵਾਜ਼ ਬਾਹਰ ਤੱਕ ਆ ਰਹੀ ਸੀ। ਜਦੋਂ ਤੱਕ ਮੈਂ ਕਮਰੇ ਕੋਲ ਪਹੁੰਚਿਆ ਤਾਂ ਉਹਨਾਂ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰਦਾ ਕਮਰੇ ਦਾ ਦਰਵਾਜ਼ਾ ਖੁੱਲ੍ਹ ਗਿਆ। ਮੈਨੂੰ ਦੇਖ ਕੇ ਮੇਰੇ ਛੋਟੇ ਭਰਾ ਦੇ ਚਿਹਰੇ ਦਾ ਰੰਗ ਉੱਡ ਗਿਆ। ਉਹ ਮੈਥੋਂ ਨਜ਼ਰਾਂ ਚੁਰਾਉਂਦਾ ਕਮਰੇ ਵਿੱਚੋਂ ਬਾਹਰ ਚਲਿਆ ਗਿਆ। ਨੇਹਾ ਵੀ ਮੈਨੂੰ ਦੇਖ ਕੇ ਘਬਰਾ ਗਈ ਸੀ। ਮੈਂ ਨੇਹਾ ਨੂੰ ਪੁੱਛਿਆ ਕਿ ਉਹ ਸਾਡੇ ਕਮਰੇ ਵਿੱਚ ਕੀ ਕਰ ਰਿਹਾ ਸੀ ਤਾਂ ਨੇਹਾ ਨੇ ਕਿਹਾ ਕਿ ਮੇਰੀ ਮਾਂ ਬਿਮਾਰ ਹੈ, ਇਸ ਲਈ ਮੈਂ ਉਸਨੂੰ ਕਹਿ ਰਹੀ ਸੀ ਕਿ ਮੈਨੂੰ ਪੇਕੇ ਛੱਡ ਆਵੇ, ਪਰ ਉਹ ਕਹਿ ਰਿਹਾ ਸੀ ਕਿ ਭਰਾ ਨਾਲ ਹੀ ਚਲੀ ਜਾਣਾ। ਮੈਂ ਕਿਹਾ, ਜੇ ਅਜਿਹੀ ਗੱਲ ਸੀ ਤਾਂ ਮੈਨੂੰ ਦੱਸਣਾ ਸੀ। ਉਹ ਕਹਿਣ ਲੱਗੀ ਕਿ ਤੁਹਾਨੂੰ ਇੰਨਾ ਕੰਮ ਹੁੰਦਾ ਹੈ, ਸ਼ਾਮ ਨੂੰ ਤੁਸੀਂ ਮੰਦਿਰ ਵੀ ਜਾਣਾ ਹੁੰਦਾ ਹੈ, ਇਸ ਲਈ ਮੈਂ ਆਪਣੇ ਭਰਾ ਨੂੰ ਕਹਿ ਦੇਵੋ ਕਿ ਮੈਨੂੰ ਲੈ ਜਾਵੇਗਾ। ਮੈਂ ਕਿਹਾ, ਸਵੇਰੇ ਤਿਆਰ ਹੋ ਜਾਵੀਂ, ਮੈਂ ਉਸਨੂੰ ਕਹਿ ਦੇਵਾਂਗਾ। ਪਰ ਜਦੋਂ ਸਵੇਰੇ ਮੈਂ ਆਪਣੇ ਭਰਾ ਨੂੰ ਇਹ ਗੱਲ ਕਹੀ ਤਾਂ ਉਹ ਕਹਿਣ ਲੱਗਾ, ਮੈਂ ਦੁਕਾਨ ਸੰਭਾਲ ਲਵਾਂਗਾ, ਤੁਸੀਂ ਭਾਬੀ ਨੂੰ ਲੈ ਜਾਵੋ। ਪਰ ਮੈਂ ਕਿਹਾ, ਮੇਰੇ ਕੋਲ ਇੰਨਾ ਸਮਾਂ ਨਹੀਂ ਹੈ। ਤਾਂ ਉਹ ਮੰਨ ਗਿਆ ਤੇ ਨੇਹਾ ਨੂੰ ਲੈ ਕੇ ਜਾਣ ਲਈ ਤਿਆਰ ਹੋ ਗਿਆ। ਪਰ ਉਸੇ ਰਾਤ ਮੈਨੂੰ ਇੱਕ ਅਜਿਹਾ ਰਾਜ਼ ਪਤਾ ਚੱਲਿਆ, ਮੈਂ ਹੈਰਾਨ ਰਹਿ ਗਿਆ।
ਮੈਂ ਜਦੋਂ ਦੁਕਾਨ ਬੰਦ ਕਰਕੇ ਮੰਦਰ ਗਿਆ ਤਾਂ ਮੈਨੂੰ ਉੱਥੇ ਮੇਰਾ ਸਾਲਾ ਅਤੇ ਸੱਸ ਮਿਲੇ। ਕਿਉਂਕਿ ਉਹ ਮੰਦਰ ਉਹਨਾਂ ਦੇ ਨੇੜੇ ਹੀ ਸੀ, ਇਸ ਲਈ ਉਹ ਅਕਸਰ ਉੱਥੇ ਆਉਂਦੇ ਸਨ। ਮੈਂ ਆਪਣੀ ਸੱਸ ਨੂੰ ਉਸਦੀ ਤਬੀਅਤ ਬਾਰੇ ਪੁੱਛਿਆ ਤਾਂ ਉਹ ਕਹਿਣ ਲੱਗੀ ਕਿ ਮੈਂ ਤਾਂ ਬਿਲਕੁਲ ਠੀਕ ਹਾਂ। ਫਿਰ ਨੇਹਾ ਕਿਉਂ ਝੂਠ ਬੋਲ ਰਹੀ ਸੀ? ਉਸਦੀ ਮਾਂ ਬਿਮਾਰ ਹੈ। ਫਿਰ ਮੈਂ ਗੱਲਾਂ ਵਿੱਚ ਸੱਸ ਨੂੰ ਪੁੱਛ ਹੀ ਲਿਆ ਕਿ ਹਜੇ ਹੋਰ ਕਿੰਨਾ ਸਮਾਂ ਪੂਜਾ ਕਰਨੀ ਹੋਵੇਗੀ। ਤਾਂ ਮੇਰੀ ਸੱਸ ਨੇ ਹੈਰਾਨ ਹੁੰਦੇ ਹੋਏ ਕਿਹਾ ਕਿ ਕਿਹੜੀ ਪੂਜਾ? ਤਾਂ ਮੈਂ ਉਸਨੂੰ ਨੇਹਾ ਨੇ ਜੋ ਮੈਨੂੰ ਪੂਜਾ ਬਾਰੇ ਕਿਹਾ ਸੀ ਉਹ ਸਭ ਦੱਸਿਆ। ਤਾਂ ਉਹ ਕਹਿਣ ਲੱਗੀ ਕਿ ਅਜਿਹਾ ਕੁਝ ਨਹੀਂ। ਪਤਾ ਨਹੀਂ ਨੇਹਾ ਅਜਿਹਾ ਕਿਉਂ ਕਿਹਾ? ਮੇਰੇ ਲਈ ਹੈਰਾਨੀ ਭਰਿਆ ਸੀ। ਮੈਂ ਸੋਚ ਰਿਹਾ ਸੀ ਕਿ ਜੇ ਉਹ ਦੋਨੋਂ ਮਾਂ ਦੀ ਤਬੀਅਤ ਪੁੱਛਣ ਨਹੀਂ ਆਏ ਤਾਂ ਉਹ ਕਿੱਥੇ ਗਏ ਹੋਣਗੇ। ਮੈਂ ਵਾਪਸ ਘਰ ਆਇਆ। ਮਾਂ ਸੌਂ ਚੁੱਕੀ ਸੀ। ਮੇਰੇ ਅੰਦਰ ਕਈ ਸਵਾਲ ਘੁੰਮ ਰਹੇ ਸਨ। ਜਦੋਂ ਮੈਂ ਆਪਣੇ ਕਮਰੇ ਵੱਲ ਜਾਣ ਲੱਗਿਆ ਤਾਂ ਕਮਰੇ ਵਿੱਚੋਂ ਨੇਹਾ ਅਤੇ ਮੇਰੇ ਭਰਾ ਦੀਆਂ ਆਵਾਜ਼ਾਂ ਆ ਰਹੀਆਂ ਸਨ। ਮੇਰੀ ਬੇਚੈਨੀ ਵੱਧਦੀ ਜਾ ਰਹੀ ਸੀ। ਜਿਸ ਭਰਾ ਲਈ ਮੈਂ ਸਭ ਕੁਝ ਕੁਰਬਾਨ ਕੀਤਾ, ਉਹ ਮੇਰੇ ਨਾਲ ਇੰਨਾ ਵੱਡਾ ਧੋਖਾ ਕਿਉਂ ਕਰ ਰਿਹਾ ਸੀ? ਮੇਰੀ ਪਤਨੀ, ਜਿਸ ਨੂੰ ਮੈਂ ਇੰਨਾ ਪਿਆਰ ਕਰਦਾ ਸੀ, ਉਹ ਮੈਨੂੰ ਇਸ ਤਰ੍ਹਾਂ ਝੂਠ ਬੋਲ ਰਹੀ ਸੀ। ਉਹ ਦੋਨੋਂ ਮੇਰੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਸਨ। ਮੈਂ ਹੌਲੀ ਕਮਰੇ ਵੱਲ ਵਧਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਦੋਨੋਂ ਕਿਸੇ ਗੱਲ 'ਤੇ ਬਹਿਸ ਰਹੇ ਹੋਣ। ਮੇਰਾ ਭਰਾ ਕਹਿ ਰਿਹਾ ਸੀ ਕਿ ਨੇਹਾ, ਤੂੰ ਜੋ ਵੀ ਕਰ ਰਹੀ ਹੈ ਉਹ ਗਲਤ ਹੈ। ਤੈਨੂੰ ਮੇਰੇ ਭਰਾ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੈਨੂੰ ਤਾਂ ਰੱਬ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜੋ ਤੈਨੂੰ ਮੇਰੇ ਭਰਾ ਵਰਗਾ ਪਤੀ ਮਿਲਿਆ। ਉਸਦੀ ਗੱਲ ਸੁਣ ਕੇ ਨੇਹਾ ਗੁੱਸੇ ਵਿੱਚ ਬੋਲੀ, ਨਹੀਂ ਚਾਹੀਦਾ ਮੈਨੂੰ ਤੇਰੇ ਭਰਾ ਵਰਗਾ ਪਤੀ। ਮੈਨੂੰ ਤਾਂ ਸਿਰਫ ਤੂੰ ਹੀ ਚਾਹੀਦਾ ਹੈ। ਮੈਂ ਸਿਰਫ ਤੈਨੂੰ ਪਿਆਰ ਕਰਦੀ ਹਾਂ ਅਤੇ ਇਹ ਗੱਲ ਤੈਨੂੰ ਚੰਗੀ ਤਰ੍ਹਾਂ ਪਤਾ ਹੈ। ਮੈਂ ਅੱਜ ਤੱਕ ਤੇਰੇ ਭਰਾ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ। ਮੈਂ ਜਦੋਂ ਵੀ ਤੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ ਹਾਂ ਤਾਂ ਤੂੰ ਮੈਥੋਂ ਦੂਰ ਭੱਜਦਾ ਹੈ। ਮੈਂ ਜੋ ਸੁਣ ਰਿਹਾ ਸੀ ਮੈਨੂੰ ਉਸ 'ਤੇ ਯਕੀਨ ਨਹੀਂ ਹੋ ਰਿਹਾ ਸੀ। ਨੇਹਾ ਮੇਰੇ ਭਰਾ ਦੇ ਕਰੀਬ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਉਹ ਖੁਦ ਨੂੰ ਉਸ ਤੋਂ ਦੂਰ ਕਰ ਰਿਹਾ ਸੀ। ਹੁਣ ਮੇਰਾ ਸਬਰ ਜਵਾਬ ਦੇ ਗਿਆ ਅਤੇ ਮੈਂ ਕਮਰੇ ਵਿੱਚ ਦਾਖਲ ਹੋ ਗਿਆ। ਮੈਨੂੰ ਦੇਖਦੇ ਹੀ ਨੇਹਾ ਦੇ ਚਿਹਰੇ ਦਾ ਰੰਗ ਉੱਡ ਗਿਆ। ਹੁਣ ਪੂਰਾ ਚੱਕਰ ਮੇਰੀ ਸਮਝ ਵਿੱਚ ਆ ਗਿਆ ਸੀ ਕਿ ਉਹ ਨੇਹਾ ਮੈਨੂੰ ਇੰਨੀ ਦੂਰ ਮੰਦਰ ਭੇਜਦੀ ਸੀ। ਮੈਂ ਨੇਹਾ ਦੇ ਮੂੰਹ 'ਤੇ ਇੱਕ ਥੱਪੜ ਜੜ ਦਿੱਤਾ। ਮੈਂ ਉਹਨਾਂ ਦੋਨਾਂ ਨੂੰ ਕਿਹਾ ਕਿ ਜੇ ਤੁਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਤਾਂ ਮੈਨੂੰ ਪਹਿਲਾਂ ਹੀ ਦੱਸ ਦੇਣਾ ਸੀ। ਮੈਂ ਤੁਹਾਡਾ ਦੋਨਾਂ ਦਾ ਵਿਆਹ ਕਰਵਾ ਦਿੰਦਾ। ਮੇਰੀ ਗੱਲ ਸੁਣ ਕੇ ਮੇਰਾ ਭਰਾ ਕਹਿਣ ਲੱਗਿਆ, ਅਜਿਹਾ ਕੁਝ ਨਹੀਂ ਹੈ ਜਿਵੇਂ ਤੁਸੀਂ ਸਮਝ ਰਹੇ ਹੋ। ਨੇਹਾ ਵੀ ਮੇਰੇ ਹੀ ਕਾਲਜ ਵਿੱਚ ਪੜ੍ਹਦੀ ਸੀ। ਮੈਨੂੰ ਨਹੀਂ ਪਤਾ ਇਹ ਕਦੋਂ ਮੈਨੂੰ ਪਸੰਦ ਕਰਨ ਲੱਗੀ। ਮੇਰੇ ਦਿਲ ਵਿੱਚ ਇਸ ਲਈ ਅਜਿਹਾ ਕੁਝ ਨਹੀਂ ਹੈ। ਵਿਆਹ ਤੋਂ ਬਾਅਦ ਇਹ ਮੈਨੂੰ ਤੰਗ ਕਰਨ ਲੱਗੀ ਕਿ ਜੇ ਤੂੰ ਮੇਰੇ ਪਿਆਰ ਨੂੰ ਨਾ ਅਪਣਾਇਆ ਤਾਂ ਮੈਂ ਤੇਰੇ 'ਤੇ ਜ਼ਬਰਦਸਤੀ ਦਾ ਝੂਠਾ ਇਲਜ਼ਾਮ ਲਗਾ ਦੇਵਾਂਗੀ। ਮੈਨੂੰ ਡਰ ਸੀ ਕਿ ਕਿਤੇ ਮੈਨੂੰ ਬਦਨਾਮ ਨਾ ਕਰ ਦੇਵੇ। ਹਮੇਸ਼ਾ ਮੇਰੇ ਨੇੜੇ ਆਉਣ ਦੀ ਕੋਸ਼ਿਸ਼ ਕਰਦੀ। ਮੈਨੂੰ ਇਸ ਤੋਂ ਘਿਣ ਆਉਣ ਲੱਗੀ ਸੀ। ਹੌਲੀ ਮੈਂ ਸਮਝ ਗਿਆ ਕਿ ਨੇਹਾ ਵਰਗੀ ਕੁੜੀ ਸਾਡੇ ਘਰ ਦੀ ਇੱਜ਼ਤ ਬਣਨ ਦੇ ਲਾਇਕ ਨਹੀਂ ਹੈ। ਇਹ ਮੇਰੇ ਹੀਰੇ ਵਰਗੇ ਭਰਾ ਦੀ ਪਤਨੀ ਬਣਨ ਦੇ ਲਾਇਕ ਨਹੀਂ ਹੈ। ਇਸ ਲਈ ਮੈਂ ਸਹੀ ਸਮੇਂ ਦਾ ਇੰਤਜ਼ਾਰ ਕਰ ਰਿਹਾ ਸੀ। ਪਰ ਚੰਗਾ ਹੋਇਆ ਜੋ ਸੱਚ ਸਾਹਮਣੇ ਆ ਗਿਆ। ਸਾਰੀ ਹਕੀਕਤ ਖੁੱਲ੍ਹ ਕੇ ਸਾਹਮਣੇ ਆ ਗਈ। ਮੈਂ ਨਫ਼ਰਤ ਭਰੀਆਂ ਨਜ਼ਰਾਂ ਨਾਲ ਨੇਹਾ ਨੂੰ ਦੇਖਿਆ। ਉਹ ਚੁੱਪਚਾਪ ਖੜੀ ਸੀ। ਉਸਨੂੰ ਆਪਣੇ ਕੀਤੇ 'ਤੇ ਕੋਈ ਅਫਸੋਸ ਨਹੀਂ ਸੀ। ਉਹ ਕਹਿਣ ਲੱਗੀ, ਇਸ ਵਿੱਚ ਕੀ ਗਲਤ ਹੈ? ਮੈਂ ਇਸਨੂੰ ਪਿਆਰ ਕਰਦੀ ਹਾਂ। ਮੈਂ ਕਿਹਾ, ਪਿਆਰ ਕਰਨਾ ਗਲਤ ਨਹੀਂ, ਪਰ ਉਸਨੂੰ ਗਲਤ ਤਰੀਕੇ ਨਾਲ ਹਾਸਿਲ ਕਰਨਾ ਗਲਤ ਹੈ। ਮੈਂ ਆਪਣੇ ਘਰ ਵਿੱਚ ਇਹ ਸਭ ਬਰਦਾਸ਼ਤ ਨਹੀਂ ਕਰਾਂਗਾ। ਇਸ ਲਈ ਤੂੰ ਆਪਣੇ ਘਰ ਜਾ ਸਕਦੀ ਹੈ। ਮੇਰਾ ਫੈਸਲਾ ਸੁਣ ਕੇ ਉਹ ਘਬਰਾ ਗਈ। ਸ਼ਾਇਦ ਉਸਨੂੰ ਉਮੀਦ ਨਹੀਂ ਸੀ ਕਿ ਮੈਂ ਇੰਨੀ ਜਲਦੀ ਇੰਨਾ ਵੱਡਾ ਫੈਸਲਾ ਲੈ ਲਵਾਂਗਾ। ਮੇਰਾ ਫੈਸਲਾ ਸੁਣ ਕੇ ਉਸਨੇ ਗਿਰਗਿਟ ਦੀ ਤਰ੍ਹਾਂ ਰੰਗ ਬਦਲਿਆ ਅਤੇ ਕਹਿਣ ਲੱਗੀ, ਮੈਨੂੰ ਮਾਫ਼ ਕਰ ਦੇਵੋ। ਅੱਗੇ ਤੋਂ ਅਜਿਹਾ ਨਹੀਂ ਹੋਵੇਗਾ। ਮੈਥੋਂ ਗਲਤੀ ਹੋ ਗਈ। ਪਰ ਮੈਂ ਇਸ ਵਾਰ ਉਸਦੀਆਂ ਗੱਲਾਂ ਵਿੱਚ ਆਉਣ ਵਾਲਾ ਨਹੀਂ ਸੀ। ਮੈਂ ਉਸੇ ਵੇਲੇ ਉਸਨੂੰ ਉਸਦੇ ਘਰ ਛੱਡ ਆਇਆ ਅਤੇ ਅਗਲੇ ਕੁਝ ਦਿਨਾਂ ਤੱਕ ਤਲਾਕ ਦੇ ਪੇਪਰ ਤਿਆਰ ਕਰਵਾ ਕੇ ਨੇਹਾ ਨੂੰ ਤਲਾਕ ਦੇ ਦਿੱਤਾ। ਮੈਂ ਆਪਣੇ ਭਰਾ ਤੋਂ ਮਾਫ਼ੀ ਵੀ ਮੰਗੀ ਕਿਉਂਕਿ ਮੈਂ ਉਸ 'ਤੇ ਸ਼ੱਕ ਕੀਤਾ ਸੀ। ਉਸਨੇ ਕਿਹਾ, ਇਸ ਵਿੱਚ ਤੁਹਾਡੀ ਗਲਤੀ ਨਹੀਂ ਹੈ। ਹਾਲਾਤ ਹੀ ਇਸ ਤਰ੍ਹਾਂ ਦੇ ਸਨ। ਅੰਤ ਭਲਾ ਤਾਂ ਸਭ ਭਲਾ। ਨੇਹਾ ਵਰਗੀ ਔਰਤ ਤੋਂ ਛੁਟਕਾਰਾ ਮਿਲ ਗਿਆ। ਹੁਣ ਅਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ। ਨਾ ਜਾਣੇ ਨੇਹਾ ਵਰਗੀਆਂ ਔਰਤਾਂ ਕਿੰਨੇ ਘਰ ਬਰਬਾਦ ਕਰਦੀਆਂ ਹੋਣਗੀਆਂ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।